एक ऐसी पैथी है जो सिर्फ ड्रॉप्स देके कुछ ड्रॉप्स देके हाँ ਤੁਸੀਂ ਡ੍ਰੌਪ ਰੱਖਣੇ ਆ ਆਪਣੇ ਕੋਲ ਔਰ ਡ੍ਰੌਪਸ ਦਾ ਯੂਜ਼ ਕਰਨਾ ਉਹਦੇ ਨਾਲ ਹੀ ਇਲਾਜ ਕਰਦੇ ਨੇ। ਇਲੈਕਟ੍ਰੋਪੈਥੀ ਦੂਸਰੀਆਂ ਪੈਥੀਆਂ ਦੀ ਤਰ੍ਹਾਂ ਇੱਕ ਪੈਥੀ ਹੈ ਤੇ ਬਹੁਤ ਡਿਫਰੈਂਟ ਹੈ ਲਾਈਕ ਐਲੋਪੈਥੀ ਤੋਂ, ਆਯੁਰਵੇਦਾ ਤੋਂ ਤੇ ਹੋਮਿਓਪੈਥੀ ਤੋਂ ਜਾਂ ਯੂਨਾਨੀ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੈ। ਅਸੀਂ ਪੇਸ਼ੈਂਟ ਦਾ ਖਾਣ ਪੀਣ ਦੀਆਂ ਆਦਤਾਂ ਪੁੱਛਦੇ ਹਾਂ ਪੇਸ਼ੈਂਟ ਨੂੰ ਕਿ ਤੁਸੀਂ ਕੀ ਖਾਂਦੇ ਹੋ, ਉਹਦੀ ਨਬਜ਼ ਦੇਖਦੇ ਹਾਂ ਕਿ ਇਹਦੀ ਨਬਜ਼ ਦਾ ਕਿਹੜਾ ਪਾਰਟ ਬੋਲ ਰਿਹਾ, ਉਹਦੇ ਵਿੱਚ ਵੀ ਔਰਗਨਸ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ ਕਿਹੜੇ ਕਿਹੜੇ ਔਰਗਨ। ਪੇਸ਼ੈਂਟ ਕਈ ਵਾਰੀ ਸਾਨੂੰ ਸਿੰਪਟਮ ਦੱਸ ਵੀ ਨਹੀਂ ਪਾਉਂਦਾ ਕਿ ਜੀ ਮੈਨੂੰ ਇਹ ਪ੍ਰੋਬਲਮ ਹੈ, ਅਸੀਂ ਉਹਦੀ ਨਬਜ਼ ਦੇਖ ਕੇ ਅਲਹਮਦੁਲਿਲਾ ਪੇਸ਼ੈਂਟ ਦੇ ਦੱਸਣ ਤੋਂ ਪਹਿਲਾਂ ਇਹ ਸਮਝ ਜਾਂਦੇ ਹਾਂ ਕਿ ਇਹਨੂੰ ਇਹ ਬਿਮਾਰੀ ਹੋ ਰਹੀ ਹੈ। ਆਯੁਰਵੈਦਿਕ ਦੀ ਗੱਲ ਕਰਾਂ ਜਾਂ ਮਤਲਬ ਦੂਸਰੇ ਹੋਰ ਪੈਥੀਜ਼ ਦੀ ਗੱਲ ਕਰਾਂ, ਉਹਦੇ 'ਚ ਵੀ ਬੜੇ ਬੜੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਇਹ ਕਰ ਦਿੰਦੇ ਆ ਜੀ ਇੰਨੇ ਦਿਨਾਂ 'ਚ ਬੰਦਾ ਠੀਕ ਹੋ ਜਾਂਦਾ, 10 ਦਿਨਾਂ 'ਚ ਠੀਕ ਹੋ ਜਾਂਦਾ। ਕੋਈ ਓਥੈਂਟਿਸਿਟੀ ਅਗਰ ਆਪਾਂ ਗੱਲ ਕਰੀਏ ਕਿ ਸਾਡੇ ਆਡੀਅנס ਵਾਸਤੇ ਕੁਝ ਐਸੀ ਚੀਜ਼ ਹੈ ਜਿਹੜੀ ਆਪਾਂ ਦਿਖਾ ਸਕੀਏ ਤਾਂ ਅਸੀਂ ਕਹਿੰਦੇ ਕਿ ਸਾਡੇ ਕੋਲੇ ਕ੍ਰੋਨਿਕ ਡਿਜ਼ੀਜ਼ ਦੇ ਵਿੱਚ ਵੀ ਐਟਲੀਸਟ 6 ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦੇ ਨੇ। ਮੈਂ ਤੁਹਾਨੂੰ ਇੱਕ ਮੇਰੇ ਕੋਲੇ ਰਿਪੋਰਟਸ ਨੇ ਇੱਥੇ, ਮੈਂ ਵਿਦ ਡਾਟਾਸ ਗੱਲ ਕਰਦਾ, ਵਿਦਆਊਟ ਡਾਟਾਸ ਮੈਂ ਕਦੇ ਵੀ ਗੱਲ ਨਹੀਂ ਕਰਦਾ। 337.7 ਗਠੀਆ ਰਿਪੋਰਟ ਦੇ ਨਾਲ ਉਹ ਮੇਰੇ ਕੋਲੇ ਪੇਸ਼ੈਂਟ ਜਿਹੜੀ ਸੀਗੀ ਉਹ ਆਈ ਸੀਗੀ ਕਿੰਨੀ ਤਾਰੀਖ ਨੂੰ, 24 ਜਨਵਰੀ 2022 ਨੂੰ ਸਰ, ਠੀਕ ਹੈ। ਮੇਰੇ ਕੋਲੇ ਰਿਪੋਰਟ ਹੈ ਪੇਸ਼ੈਂਟ ਦੀ, ਮੈਂ ਵਿਦ ਫੈਕਟਸ ਗੱਲ ਕਰੂੰਗਾ ਜਿਹੜੀ ਵੀ ਗੱਲ ਕਰੂੰਗਾ। ਅਤੇ ਉਹਦੀ ਅਗਲੀ ਜਿਹੜੀ ਨੈਕਸਟ ਰਿਪੋਰਟ ਹੋਈ ਸੀ ਮੇਰੇ ਕੋਲੇ ਉਹ ਹੋਈ ਸੀਗੀ 8 ਮਾਰਚ 2022 ਨੂੰ, ਠੀਕ ਹੈ ਜੀ, ਜਿਹਦੇ ਵਿੱਚ ਉਹਦਾ ਗਠੀਆ ਆ ਰਿਹਾ ਸੀਗਾ ਸਿਰਫ 24। ਕੋਈ ਸਾਈਡ ਇਫੈਕਟ ਇਹਦਾ ਤੁਹਾਡੀ ਮੈਡੀਸਨ ਦਾ ਕੋਈ ਕਿਸੇ ਕਿਸਮ ਦਾ ਸਾਈਡ ਇਫੈਕਟ ਅਗਰ ਹੋਵੇ? ਸਰ ਇਲੈਕਟ੍ਰੋ ਹੋਮਿਓਪੈਥੀ ਜਿਹੜੀ ਹੈਗੀ ਆ ਸਾਈਡ ਇਫੈਕਟ ਫ੍ਰੀ ਹੈ। ਛਪਾਕੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਕਿ ਬੰਦਾ ਬੈਠਾ ਬੈਠਾ ਤੱਫੜੋਗੇ ਜੀ, ਉਹਨੂੰ ਸੈਟਰੀਜਨ ਦੀ ਗੋਲੀ ਖਾਣੀ ਹੀ ਪੈਂਦੀ ਹੈ, ਉਸ ਤੋਂ ਬਿਨਾਂ ਉਹਦਾ ਕੋਈ ਹੱਲ ਨਹੀਂ ਹੈ। ਆਟੋਇਮਿਊਨ ਡਿਸਆਰਡਰ ਜਿਹੜੇ ਸਕਿਨ ਦੇ ਵਿੱਚ ਹੈਗੇ ਨੇ, ਐਗਜ਼ੀਮਾ ਹੋ ਗਿਆ, ਜਿਨ੍ਹਾਂ ਨੂੰ ਅਦਰ ਪੈਥੀ ਦੇ ਵਿੱਚ ਜਾਂ ਤਾਂ ਕਿਉਰ ਘੱਟ ਹੈ ਜਾਂ ਫਿਰ ਬਹੁਤ ਲੌਂਗ ਟਾਈਮ ਦੇ ਲਈ ਬੰਦੇ ਨੂੰ ਮੈਡੀਸਨ ਜਿਹੜੀ ਪੇਸ਼ੈਂਟ ਨੂੰ ਕੰਜ਼ਿਊਮ ਕਰਨੀ ਪੈਂਦੀ, ਉਸ ਤੋਂ ਬਾਅਦ ਉਹਨੂੰ ਰਿਜ਼ਲਟ ਆਉਂਦੇ ਨੇ। ਸਾਡੇ ਇਹਦੇ ਵਿੱਚ ਬਹੁਤ ਫਾਸਟ ਔਰ ਬਹੁਤ ਅੱਛੇ ਰਿਜ਼ਲਟ ਅਸੀਂ ਲੈ ਰਹੇ ਹਾਂ ਆਪਣੇ ਪੇਸ਼ੈਂਟ। PCOD ਹੋ ਗਿਆ, ਫਾਈਬਰੋਇਡਸ ਹੋ ਗਏ, ਤੁਹਾਡੇ ਟਿਊਬਸ ਬਲੌਕ ਹੋ ਗਈਆਂ, ਜਾਂ ਫਿਰ ਨੈਬੋਥੀਅਨ ਸਿਸਟ ਜਿਹੜੇ ਹੈਗੇ ਨੇ ਤੁਹਾਡੇ ਯੂਟਰਸ ਦੇ, ਉਹ ਹੋ ਗਏ ਅਲੱਗ-ਅਲੱਗ ਰੀਜ਼ਨ। ਹਾਰਮੋਨਲ ਇੰਬੈਲੈਂਸ ਹੋ ਗਿਆ ਕਿਸੇ ਵਿੱਚ। ਕੋਈ ਵੀ ਅੰਗਰੇਜ਼ੀ ਦਵਾਈ ਦਿੱਤੇ ਤੋਂ ਬਿਨਾਂ, ਅਸੀਂ ਕੋਈ ਵੀ ਆਯੁਰਵੈਦਿਕ ਦਵਾਈ ਦਿੱਤੇ ਤੋਂ ਬਿਨਾਂ, ਕੋਈ ਵੀ ਹੋਮਿਓਪੈਥੀ ਦਵਾਈ ਦਿੱਤੇ ਤੋਂ ਬਿਨਾਂ ਅਸੀਂ ਇਲੈਕਟ੍ਰੋ ਹੋਮਿਓਪੈਥੀ ਨਾਲ ਜਿਹੜਾ ਹੈਗਾ ਇਨਫਰਟੀਲਿਟੀ ਦਾ ਕਿਉਰ ਕਰ ਰਹੇ ਹਾਂ। ਔਰ ਉਹਦੀ ਅੱਜ ਬਲੱਡ ਸ਼ੂਗਰ ਚੈੱਕ ਕਰਾ ਲਓ ਜਾ ਕੇ, ਉਹਦੀ ਬਿਲਕੁਲ ਉਹਦੀ ਮੈਡੀਸਨ ਬੰਦ ਹੈ ਉਸ ਪੇਸ਼ੈਂਟ ਦੀ। ਯੰਗ ਪੇਸ਼ੈਂਟ ਦੀ ਉਹਨੇ ਕੋਈ ਮੈਟਫੋਰਮਿਨ ਨਹੀਂ ਉਹਦਾ ਹਜੇ ਸ਼ੁਰੂ ਹੋਇਆ ਸੀ, ਕੋਈ ਹੋਰ ਐਲੋਪੈਥੀ ਡਰਗ ਸ਼ੁਰੂ ਨਹੀਂ ਹੋਈ ਸੀ। ਵੈਲਕਮ ਟੂ ਰੀਸੈਂਟ ਟਾਈਮਸ। ਮੈਂ ਮਾਮੂਨ ਰਸ਼ੀਦ ਅੱਜ ਫੇਰ ਐਜ਼ ਯੂਜੂਅਲ ਹਾਜ਼ਰ ਹਾਂ। ਅੱਜ ਫੇਰ ਇੱਕ ਬਿਹਤਰੀਨ ਇਨਫੋਰਮੇਸ਼ਨ ਹੈ। ਸ਼ੂਗਰ, ਗਠੀਆ, ਇਨਫਰਟੀਲਿਟੀ ਔਰ ਸਕਿਨ ਡਿਸਆਰਡਰਸ ਜੋ ਹਨ ਉਹਨਾਂ ਦਾ ਪਰਮਾਨੈਂਟ ਇਲਾਜ ਸੁਣਿਆ ਹੋਣਾ। ਅਲੱਗ-ਅਲੱਗ ਪੈਥੀਜ਼ ਦੇ ਵਿੱਚ ਅਲੱਗ-ਅਲੱਗ ਇਲਾਜ ਨੇ, ਅਲੱਗ-ਅਲੱਗ ਪੈਥੀਜ਼ ਨੇ। ਇੱਕ ਐਸੀ ਪੈਥੀ ਹੈ ਜੋ ਸਿਰਫ ਡ੍ਰੌਪਸ ਦੇ ਕੇ ਕੁਝ ਡ੍ਰੌਪਸ ਦੇ ਕੇ ਹਾਂ ਤੁਸੀਂ ਡ੍ਰੌਪ ਰੱਖਣੇ ਆ ਆਪਣੇ ਕੋਲ ਔਰ ਡ੍ਰੌਪਸ ਦਾ ਯੂਜ਼ ਕਰਨਾ ਉਹਦੇ ਨਾਲ ਹੀ ਇਲਾਜ ਕਰਦੇ ਨੇ। ਮੈਂ ਗੱਲ ਕਰ ਰਿਹਾ ਇਲੈਕਟ੍ਰੋ ਹੋਮਿਓਪੈਥੀ ਦੀ। ਇਹ ਇੱਕ ਨਵੀਂ ਪੈਥੀ ਹੈ, ਸਾਨੂੰ ਵੀ ਪਤਾ ਚੱਲਿਆ, ਬੜੀ ਹੈਰਾਨਗੀ ਹੋਈ ਕਿ ਬੜਾ ਅੱਛਾ ਇਫੈਕਟਿਵ ਰਿਜ਼ਲਟ ਹੈ। ਇਸ ਪੱਖੋਂ ਗੱਲ ਕਰਨ ਵਾਸਤੇ ਅਸੀਂ ਆਏ ਹਾਂ ਅੱਜ ਉਰੇ। ਡਾਕਟਰ ਸ਼ਹਿਜ਼ਾਦ ਹੈ ਜੋ ਸਾਡੇ ਨਾਲ ਹੈ ਇਸ ਟਾਈਮ। ਆਪਾਂ ਗੱਲ ਕਰਾਂਗੇ ਉਹਨਾਂ ਦੇ ਕਲੀਨਿਕ ਬਾਰੇ, ਪੁੱਛਾਂਗੇ ਇਸ ਪੈਥੀ ਦੇ ਬਾਰੇ ਪੁੱਛਾਂਗੇ ਔਰ ਜਾਣਾਂਗੇ ਕਿ ਕਿੰਨੀ ਕੁ ਇਫੈਕਟਿਵ ਹੈ, ਦੂਸਰਿਆਂ ਤੋਂ ਇਹ ਅਲੱਗ ਕਿਵੇਂ ਹੈ। ਇਸ ਪੈਥੀ ਨੂੰ ਅਗਰ ਆਪਾਂ ਗੱਲ ਕਰੀਏ, ਯੂਨਾਨੀ ਪੈਥੀ ਹੈ, ਐਲੋਪੈਥੀ ਹੈ ਅਤੇ ਹੋਮਿਓਪੈਥੀ ਹੈ, ਇਹਨਾਂ ਦੀ ਪੈਥੀ ਹੈ ਜਿਹੜੀ ਉਹ ਉਹਨਾਂ ਜੋ ਪੈਥੀਜ਼ ਹੈ ਉਹਨਾਂ ਤੋਂ ਅਲੱਗ ਕਿਵੇਂ ਹੈ। ਆਪਾਂ ਗੱਲ ਕਰਦੇ ਹਾਂ ਡਾਕਟਰ ਸ਼ਹਿਜ਼ਾਦ ਦੇ ਨਾਲ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੈਲਕਮ ਕਹੀਏ ਤੁਹਾਨੂੰ। ਵੈਲਕਮ ਜੀ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ ਮਾਮੂਨ ਭਾਈ, ਬਹੁਤ ਬਹੁਤ। ਸਰ ਆਪਾਂ ਗੱਲ ਕਰਦੇ ਹਾਂ ਕਿ ਲੋਕ ਬਹੁਤ ਪਰੇਸ਼ਾਨ ਹੈ ਜੀ ਸ਼ੂਗਰ ਤੋਂ, ਗਠੀਏ ਤੋਂ, ਸਕਿਨ ਡਿਸਆਰਡਰਸ ਤੋਂ ਔਰ ਇਨਫਰਟੀਲਿਟੀ ਦੀ ਗੱਲ ਕਰਾਂ ਤਾਂ ਡਿਊ ਟੂ ਰੇਡੀਏਸ਼ਨ ਐਂਡ ਅਦਰਸ ਮੀਨ ਬਹੁਤ ਸਾਰੇ ਐਸੇ ਕਾਰਨ ਹੁੰਦੇ ਨੇ ਜੋ ਸਾਨੂੰ ਸੁਣਨ 'ਚ ਆਇਆ ਕਿ ਇਹ ਇਫੈਕਟਿਵ ਇਹਨਾਂ ਚੀਜ਼ਾਂ ਵਾਸਤੇ। ਸਰ ਕਿਵੇਂ ਇਲਾਜ ਹੁੰਦਾ ਹੈ ਇਸ ਪੈਥੀ ਦੇ ਵਿੱਚ? ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਕਲੀਨਿਕ ਦੇ ਬਾਰੇ, ਆਪਣੇ ਬਾਰੇ ਅਤੇ ਇਸ ਪੈਥੀ ਦੇ ਬਾਰੇ ਜਾਣਕਾਰੀ ਦਿਓ ਜੀ। ਜੀ ਬੇਸਿਕਲੀ ਮੈਂ ਇੱਕ ਇਲੈਕਟ੍ਰੋ ਹੋਮਿਓਪੈਥ ਹਾਂ ਅਤੇ ਇਲੈਕਟ੍ਰੋਪੈਥੀ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਟ੍ਰੀਟਮੈਂਟ ਪੇਸ਼ੈਂਟ ਨੂੰ ਦਿੰਦੇ ਹਾਂ। ਇਲੈਕਟ੍ਰੋਪੈਥੀ ਦੂਸਰੀਆਂ ਪੈਥੀਆਂ ਦੀ ਤਰ੍ਹਾਂ ਇੱਕ ਪੈਥੀ ਹੈ ਅਤੇ ਬਹੁਤ ਡਿਫਰੈਂਟ ਹੈ ਲਾਈਕ ਐਲੋਪੈਥੀ ਤੋਂ, ਆਯੁਰਵੇਦਾ ਤੋਂ ਅਤੇ ਹੋਮਿਓਪੈਥੀ ਤੋਂ ਜਾਂ ਯੂਨਾਨੀ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੈ। ਅਸੀਂ ਇਹਦੇ ਵਿੱਚ ਮਾਮੂਨ ਜੀ ਟੈਂਪਰਾਮੈਂਟਲ ਬੇਸ ਜਿਹੜੀ ਹੈਗੀ ਆ ਮੈਡੀਸਨ ਪੇਸ਼ੈਂਟ ਨੂੰ ਦਿੰਦੇ ਹਾਂ। ਸਾਡਾ ਮੰਨਣਾ ਹੈ ਜਿਹੜੀ ਇਹ ਪੈਥੀ ਹੈ ਇਹਦੇ ਫਾਊਂਡਰ ਨੇ ਡਾਕਟਰ ਮਹਾਤਮਾ ਕਾਉਂਟ ਸੀਜ਼ਰ ਮੈਟੀ ਸਾਹਿਬ, ਜਿਹੜੇ ਇਟਲੀ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ 1809 ਦੇ ਵਿੱਚ 11 ਜਨਵਰੀ ਨੂੰ। ਉਹਨਾਂ ਨੇ ਇਸ ਪੈਥੀ ਦੀ ਖੋਜ ਕੀਤੀ ਅਤੇ ਉਹਨਾਂ ਨੇ ਬਨਸਪਤੀ ਦੇ ਵਿੱਚ ਜਾ ਕੇ, ਹਰਬਲ ਦੇ ਵਿੱਚ ਜਾ ਕੇ ਮੈਡੀਸਨ ਦੀ ਜਿਹੜੀ ਹੈਗੀ ਆ ਖੋਜ ਨੂੰ ਜਿਹੜੀ ਉਹਦੀ ਸ਼ੁਰੂਆਤ ਕੀਤੀ ਔਰ ਇੱਕ ਬਹੁਤ ਅੱਛੀ ਪੈਥੀ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ ਲੈ ਕੇ ਇਨਵੈਂਟ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ, ਜਿਹਦੇ ਵਿੱਚ ਟੋਟਲ ਜਿਹੜੀ ਇਲਾਜ ਪ੍ਰਣਾਲੀ ਹੈ ਹਰਬਲ ਬੇਸਡ ਹੈ। 114 ਤਰ੍ਹਾਂ ਦੇ ਮੈਡੀਸਨਲ ਪਲਾਂਟਸ ਨੇ ਜਿਹੜੇ ਉਹਨਾਂ ਤੋਂ ਮੈਡੀਸਨਸ ਤਿਆਰ ਕੀਤੀਆਂ ਜਾਂਦੀਆਂ ਨੇ ਡ੍ਰੌਪਸ ਦੀ ਸ਼ਕਲ ਦੇ ਵਿੱਚ। ਉਹਨਾਂ ਦਾ ਜਿਹੜਾ ਅਲੱਗ-ਅਲੱਗ ਕੰਟੈਂਟ ਔਰ ਇਹਦੇ ਵਿੱਚ ਬੜੀ ਖਾਸ ਗੱਲ ਇਹ ਹੈ ਕਿ ਜਿਹੜੀ ਪੈਥੀ ਹੈ
ਇਹ ਲਿਵਿੰਗ ਕਿਉਰ ਦਾ ਲਿਵਿੰਗਸ ਦੇ ਫੰਡਾਂ ਦੇ ਉੱਤੇ ਕੰਮ ਕਰਦੀ ਹੈ ਕਿ ਜੀਵਿਤ ਚੀਜ਼ਾਂ ਹੀ ਜੀਵਨ ਨੂੰ ਜਿਹੜਾ ਹੈਗਾ ਉਹਨੂੰ ਸੁਰੱਖਿਅਤ ਰੱਖ ਸਕਦੀਆਂ ਨੇ, ਉਹਨੂੰ ਜੀਵਨ ਦੇ ਸਕਦੀਆਂ ਨੇ। ਪੈਥੀ ਉਸ ਦੇ ਉੱਤੇ ਕੰਮ ਕਰਦੀ ਹੈ ਔਰ ਕਾਊਂਟ ਸੀਜ਼ਰ ਮੈਟੀ ਜੀ ਨੇ ਇਹੀ ਸਿਧਾਂਤ ਦੇ ਉੱਤੇ ਕੰਮ ਕਰਕੇ ਮਾਨਵਤਾ ਦੀ ਭਲਾਈ ਦੇ ਲਈ ਇਸ ਪੈਥੀ ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਲੈ ਕੇ ਆਂਦਾ ਔਰ ਇਹਦੀਆਂ ਜਿਹੜੀਆਂ ਮੈਡੀਸਨਸ ਇਹਨਾਂ ਨੂੰ ਤਿਆਰ ਕੀਤਾ। 114 ਤਰ੍ਹਾਂ ਦੇ ਮੈਡੀਸਨਲ ਪਲਾਂਟਸ ਜਿਹਨੂੰ ਹੋਲ ਪਲਾਂਟ ਨੂੰ ਫਰਮੈਂਟਾਈਜ਼ ਕਰਦੇ ਹਾਂ, ਉਹਦੀ ਮੈਡੀਸਨ ਜਿਹੜੀ ਹੈਗੀ ਉਹਦੇ ਵਿੱਚੋਂ ਮੈਡੀਸਨਲ ਪਾਰਟ ਐਕਸਟਰੈਕਟ ਆਊਟ ਕੀਤਾ ਜਾਂਦਾ ਹੈ ਔਰ ਉਹਨੂੰ ਅਲੱਗ-ਅਲੱਗ ਕੰਸਨਟ੍ਰੇਸ਼ਨਸ ਨੇ, ਡਿਫਰੈਂਟ ਕੰਸਨਟ੍ਰੇਸ਼ਨ ਦੇ ਵਿੱਚ ਜਿਹੜਾ ਅਕੋਰਡਿੰਗ ਟੂ ਡਿਜ਼ੀਜ਼, ਜਿਨ੍ਹਾਂ ਨੂੰ ਅਸੀਂ 3 ਭਾਗਾਂ ਦੇ ਵਿੱਚ ਬਿਮਾਰੀਆਂ ਨੂੰ ਅਸੀਂ ਵੰਡਦੇ ਹਾਂ, ਐਕਿਊਟ, ਸਬ ਐਕਿਊਟ ਐਂਡ ਕ੍ਰੋਨਿਕ ਡਿਜ਼ੀਜ਼ ਦੇ ਵਿੱਚ। ਸਪੈਸ਼ਲੀ ਸਾਡੇ ਕੋਲੇ ਕ੍ਰੋਨਿਕ ਡਿਜ਼ੀਜ਼ਸ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਨੇ। ਹੁਣ ਮਾਰਕੀਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ, ਪਿਛਲੇ ਲਗਾਤਾਰ 20 ਸਾਲਾਂ ਤੋਂ ਡਿਫਰੈਂਟ ਕੰਪਨੀਜ਼ ਨੇ ਜਿਹੜੀਆਂ ਇਲੈਕਟ੍ਰੋ ਹੋਮਿਓਪੈਥੀ ਦੇ ਪ੍ਰੋਡਕਟਸ ਦੇ ਉੱਪਰ ਰਿਸਰਚ ਵੀ ਕਰ ਰਹੀਆਂ ਨੇ। ਪਲਾਂਟਸ ਨੇ ਜਿਹੜੇ 114 ਤਰ੍ਹਾਂ ਦੇ, ਉਹਨਾਂ ਨੂੰ ਕਲਟੀਵੇਟ ਕਰਦੀਆਂ ਨੇ ਬਾਕਾਇਦਾ ਤੌਰ ਉੱਤੇ। ਅਲੱਗ-ਅਲੱਗ ਹੈਬੀਟੈਟਸ ਨੇ ਜਿਹੜੀਆਂ ਪਲਾਂਟ ਦੀਆਂ, ਉੱਥੇ ਜਾ ਕੇ ਉਹਨਾਂ ਨੂੰ ਕਲੈਕਟ ਕੀਤਾ ਜਾਂਦਾ ਹੈ, ਉਹਨਾਂ ਨੂੰ ਫਰਮੈਂਟਾਈਜ਼ ਕਰਕੇ ਉਹਨਾਂ ਦੀ ਪ੍ਰੋਪਰ ਮੈਡੀਸਨ ਤਿਆਰ ਕੀਤੀ ਜਾਂਦੀ ਹੈ ਅਤੇ ਉਹ ਮਰੀਜ਼ਾਂ ਦੇ ਲਈ ਭਲੇ ਦੇ ਲਈ ਵਰਤੀ ਜਾ ਰਹੀ ਹੈ ਇਸ ਵਕਤ ਜੀ। ਇਹ ਸਰ ਕਿੰਨੀ ਕੁ ਪੁਰਾਣੀ ਪੈਥੀ ਹੈ? ਅਗਰ ਮੈਂ ਗੱਲ ਕਰਾਂ ਕਿੰਨੀ ਕੁ ਦੇਰ ਹੋ ਗਈ ਮਤਲਬ ਤੁਹਾਨੂੰ ਕੰਮ ਕਰਦੇ ਨੂੰ, ਔਰ ਇਸ ਜੇ ਪੈਥੀ ਦੀ ਗੱਲ ਕਰਾਂ ਤਾਂ ਕਿੰਨੀ ਕੁ ਪੁਰਾਣੀ ਪੈਥੀ ਹੈ? ਮੈਨੂੰ ਮਾਮੂਨ ਜੀ ਆਲਮੋਸਟ 4 ਸਾਲ ਹੋ ਗਏ ਨੇ ਇਸ ਪੈਥੀ ਦੇ ਵਿੱਚ ਕੰਮ ਕਰਦੇ ਹੋਏ ਅਲਹਮਦੁਲਿਲਾ। ਅਤੇ ਪੈਥੀ ਆਲਮੋਸਟ 150 ਸਾਲ ਪੁਰਾਣੀ ਪੈਥੀ ਹੈਗੀ ਹੈ ਜਿਹੜੀ ਇਹ। ਔਰ 2 ਤਰ੍ਹਾਂ ਦੀ ਜਿਹੜੀ ਮੈਡੀਸਨ ਹੈ ਇਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਕਿਉਰਿੰਗ ਮੈਡੀਸਨ ਅਤੇ ਹੀਲਿੰਗ ਮੈਡੀਸਨਸ ਅਸੀਂ ਦੇ ਕੇ ਪੇਸ਼ੈਂਟ ਨੂੰ ਇਹਦੇ ਵਿੱਚ ਪੇਸ਼ੈਂਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਲੱਗ-ਅਲੱਗ ਡਾਟਾਜ਼ ਸਾਨੂੰ ਡੇਲੀ ਰੂਟੀਨ ਪ੍ਰੈਕਟਿਸ ਦੇ ਵਿੱਚ ਬਹੁਤ ਕ੍ਰੋਨਿਕ ਡਿਜ਼ੀਜ਼ਸ ਲਾਈਕ ਤੁਸੀਂ ਇਨਫਰਟੀਲਿਟੀ ਦੀ ਗੱਲ ਕੀਤੀ ਹੈ, ਬਾਂਝਪਨ ਦੇ ਵਿੱਚ ਬੇਸਿਕਲੀ ਕਾਰਨ ਨੇ ਕੁਝ PCOD ਹੋ ਗਿਆ, ਫਾਈਬਰੋਇਡਸ ਹੋ ਗਏ, ਤੁਹਾਡੇ ਟਿਊਬਸ ਬਲੌਕ ਹੋ ਗਈਆਂ, ਜਾਂ ਫਿਰ ਨੈਬੋਥੀਅਨ ਸਿਸਟ ਜਿਹੜੇ ਹੈਗੇ ਨੇ ਤੁਹਾਡੇ ਯੂਟਰਸ ਦੇ, ਉਹ ਹੋ ਗਏ। ਅਲੱਗ-ਅਲੱਗ ਰੀਜ਼ਨ, ਹਾਰਮੋਨਲ ਇੰਬੈਲੈਂਸ ਹੋ ਗਿਆ, ਕਿਸੇ ਵਿੱਚ ਐਗ ਫਾਰਮੇਸ਼ਨ ਨਹੀਂ ਹੋ ਰਹੀ ਡਿਊ ਟੂ ਪ੍ਰੋਜੈਸਟਰੋਨ ਜਾਂ ਐਸਟ੍ਰੋਜਨ ਉਹਨਾਂ ਜਿਹੜਾ ਹੈਗਾ ਘੱਟ ਹੈ, ਉਹਦੇ ਕਰਕੇ ਫੀਮੇਲ ਇਨਫਰਟੀਲਿਟੀ ਦੀ ਅਸੀਂ ਗੱਲ ਕਰਦੇ ਹਾਂ। ਜਾਂ ਫਿਰ ਮਾਮੂਨ ਜੀ ਅਸੀਂ ਸੈਕੰਡਲੀ ਮੇਲ ਇਨਫਰਟੀਲਿਟੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਜਿਹਦੇ ਵਿੱਚ ਸਪਰਮ ਕਾਊਂਟ ਜਿਹੜਾ ਹੈ ਉਹ ਪੇਸ਼ੈਂਟ ਦਾ ਬਿਲਕੁਲ ਹੀ ਘੱਟ ਹੈ ਜਾਂ ਪੇਸ਼ੈਂਟ ਦੇ ਸਪਰਮ ਨਹੀਂ ਬਣ ਰਹੇ ਹੈਗੇ। ਉੱਥੇ ਪੇਸ਼ੈਂਟ ਨੂੰ ਅਸੀਂ ਬਿਲਕੁਲ ਵਿਦਾਊਟ ਗਿਵਿੰਗ ਅ ਸਿੰਗਲ ਐਲੋਪੈਥੀ ਪਿਲ, ਕੋਈ ਵੀ ਅੰਗਰੇਜ਼ੀ ਦਵਾਈ ਦਿੱਤੇ ਤੋਂ ਬਿਨਾਂ, ਅਸੀਂ ਕੋਈ ਵੀ ਆਯੁਰਵੈਦਿਕ ਦਵਾਈ ਦਿੱਤੇ ਤੋਂ ਬਿਨਾਂ, ਕੋਈ ਵੀ ਹੋਮਿਓਪੈਥੀ ਦਵਾਈ ਦਿੱਤੇ ਤੋਂ ਬਿਨਾਂ ਅਸੀਂ ਇਲੈਕਟ੍ਰੋ ਹੋਮਿਓਪੈਥੀ ਨਾਲ ਜਿਹੜਾ ਹੈਗਾ ਇਨਫਰਟੀਲਿਟੀ ਦਾ ਕਿਉਰ ਕਰ ਰਹੇ ਹਾਂ। PCOD ਦੇ ਸਾਡੇ ਕੋਲੇ ਨੰਬਰ ਆਫ ਕੇਸਿਸ ਨੇ। ਲਾਈਕ ਸਾਡੇ ਕੋਲੇ ਮਾਮੂਨ ਜੀ ਅਗਰ ਮੈਂ ਸਕਿਨ ਡਿਸਆਰਡਰ ਦੇ ਵਿੱਚ ਗੱਲ ਕਰਾਂ, ਸਾਡੇ ਕੋਲੇ ਡਿਜ਼ੀਜ਼ਜ਼ ਜਿਹੜੀਆਂ ਹੈਗੀਆਂ ਨਾ ਕ੍ਰੋਨਿਕ ਡਿਜ਼ੀਜ਼ਜ਼ ਨੇ, ਲਾਈਕ ਸੋਰਾਸਿਸ, ਸੋਰੈਟਿਕ ਆਰਥਰਾਈਟਿਸ ਪੇਸ਼ੈਂਟ ਜਿਹੜੇ ਸਾਡੇ ਕੋਲੇ ਆ ਰਹੇ ਨੇ। ਲਾਈਕ ਅਸੀਂ ਅਰਟੀਕੇਰੀਆ ਦੇ ਪੇਸ਼ੈਂਟ ਜਿਹਨੂੰ ਛਪਾਕੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਕਿ ਬੰਦਾ ਬੈਠਾ ਬੈਠਾ ਤਫੜੋਗੇ ਜੀ, ਉਹਨੂੰ ਸੈਟਰੀਜਨ ਦੀ ਗੋਲੀ ਖਾਣੀ ਹੀ ਪੈਂਦੀ ਹੈ, ਉਸ ਤੋਂ ਬਿਨਾਂ ਉਹਦਾ ਕੋਈ ਹੱਲ ਨਹੀਂ ਹੈ। ਆਟੋਇਮਿਊਨ ਡਿਸਆਰਡਰ ਜਿਹੜੇ ਸਕਿਨ ਦੇ ਵਿੱਚ ਹੈਗੇ ਨੇ, ਐਗਜ਼ੀਮਾ ਹੋ ਗਿਆ, ਜਿਨ੍ਹਾਂ ਨੂੰ ਅਦਰ ਪੈਥੀ ਦੇ ਵਿੱਚ ਜਾਂ ਤਾਂ ਕਿਉਰ ਘੱਟ ਹੈ ਜਾਂ ਫਿਰ ਬਹੁਤ ਲੌਂਗ ਟਾਈਮ ਦੇ ਲਈ ਬੰਦੇ ਨੂੰ ਮੈਡੀਸਨ ਜਿਹੜੀ ਪੇਸ਼ੈਂਟ ਨੂੰ ਕੰਜ਼ਿਊਮ ਕਰਨੀ ਪੈਂਦੀ, ਉਸ ਤੋਂ ਬਾਅਦ ਉਹਨੂੰ ਰਿਜ਼ਲਟ ਆਉਂਦੇ ਨੇ। ਸਾਡੇ ਇਹਦੇ ਵਿੱਚ ਬਹੁਤ ਫਾਸਟ ਔਰ ਬਹੁਤ ਅੱਛੇ ਰਿਜ਼ਲਟ ਅਸੀਂ ਲੈ ਰਹੇ ਹਾਂ ਆਪਣੇ ਪੇਸ਼ੈਂਟ ਦੇ ਵਿੱਚ ਜੀ। ਸ਼ਹਿਜਾਦ ਸਾਹਿਬ, ਗੱਲ ਇਹ ਹੈ ਕਿ ਅਲੱਗ-ਅਲੱਗ ਚੈਨਲਸ ਦੇ ਉੱਪਰ, ਅਲੱਗ-ਅਲੱਗ ਪਲੇਟਫਾਰਮਸ ਦੇ ਉੱਪਰ ਅਸੀਂ ਦੇਖਦੇ ਹਾਂ, ਆਪਾਂ ਇਲੈਕਟ੍ਰੋ ਹੋਮਿਓਪੈਥਿਕ ਦੀ ਗੱਲ ਕਰਦਾ, ਮੇਰਾ ਖਿਆਲ ਹੈ ਇਹ ਪਹਿਲਾ ਹੀ ਇੰਟਰਵਿਊ ਹੋਣਾ ਹੈ ਸ਼ਾਇਦ ਕਿ ਇਲੈਕਟ੍ਰੋ ਹੋਮਿਓਪੈਥਿਕ ਦਾ ਜੋ ਮੈਂ ਕਰ ਰਿਹਾ। ਅਤੇ ਸਰ ਅਗਰ ਮੈਂ ਆਯੁਰਵੈਦਿਕ ਦੀ ਗੱਲ ਕਰਾਂ ਜਾਂ ਮਤਲਬ ਦੂਸਰੇ ਹੋਰ ਪੈਥੀਜ਼ ਦੀ ਗੱਲ ਕਰਾਂ, ਉਹਦੇ 'ਚ ਵੀ ਬੜੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਇਹ ਕਰ ਦਿੰਦੇ ਹਾਂ ਜੀ, ਇੰਨੇ ਦਿਨਾਂ 'ਚ ਬੰਦਾ ਠੀਕ ਹੋ ਜਾਂਦਾ, 10 ਦਿਨਾਂ 'ਚ ਠੀਕ ਹੋ ਜਾਂਦਾ। ਕੋਈ ਓਥੈਂਟਿਸਿਟੀ ਅਗਰ ਆਪਾਂ ਗੱਲ ਕਰੀਏ ਕਿ ਸਾਡੇ ਆਡੀਅנס ਵਾਸਤੇ ਕੁਛ ਐਸੀ ਚੀਜ਼ ਹੈ ਜਿਹੜੀ ਆਪਾਂ ਦਿਖਾ ਸਕੀਏ ਵੀ ਘੱਟ ਤੋਂ ਘੱਟ ਆਪਾਂ ਓਥੈਂਟਿਕ ਹੋ ਜਾਈਏ? ਹਾਂ ਮਾਮੂਨ ਜੀ, ਮੈਂ ਪਹਿਲੀ ਤਾਂ ਗੱਲ ਆਪਾਂ ਕਿਹਾ, ਮੈਂ ਕਿਸੇ ਪੈਥੀ ਨੂੰ ਨਿੰਦਦਾ ਨਹੀਂ ਹਾਂ। ਪੇਸ਼ੈਂਟ ਦੀ ਬਹੁਤ ਬੜੀ ਆਪਣੀ ਇੱਕ ਤਪੱਸਿਆ ਹੁੰਦੀ ਹੈ, ਪੇਸ਼ੈਂਟ ਦਾ ਇੱਕ ਬਹੁਤ ਬੜਾ ਤਿਆਗ ਹੁੰਦਾ, ਉਹਨੂੰ ਬਹੁਤ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ, ਜਿਹੜੀਆਂ ਡੇਲੀ ਰੂਟੀਨ ਲਾਈਫ ਦੇ ਵਿੱਚ ਉਹਦੀਆਂ ਖਾਣ ਪੀਣ ਵਾਲੀਆਂ ਹੈਬਿਟਸ ਨੇ, ਉਹਦੀਆਂ ਸੌਣ ਉੱਠਣ ਦੀਆਂ, ਜਾਗਣ ਦੀਆਂ, ਔਰ ਉਹਦੀਆਂ ਚੱਲਣ ਫਿਰਨ ਦੀਆਂ, ਉਹਦੀਆਂ ਪਾਣੀ ਪੀਣ ਦੀਆਂ, ਉਹਦੀਆਂ ਸਲਾਦ ਖਾਣ ਦੀਆਂ, ਉਹਦੇ ਮਤਲਬ ਕਿ ਹਰ ਫਾਈਬਰ ਡਾਈਟ ਜਾਂ ਜੋ ਵੀ ਕੁਛ ਉਹਦਾ ਹੈ, ਉਹਨੂੰ ਹਰ ਚੀਜ਼ ਨੂੰ ਮੋਡੀਫਾਈ ਕਰਨਾ ਔਰ ਪੇਸ਼ੈਂਟ ਨੂੰ ਉਸ ਚੀਜ਼ ਦੇ ਉੱਪਰ ਡੂਜ਼ ਐਂਡ ਡੋਂਟਸ ਨੂੰ ਚੰਗੇ ਤਰੀਕੇ ਨਾਲ ਕਿ ਤੁਸੀਂ ਇਹ ਕਰਨਾ ਜੀ ਔਰ ਇਸ ਚੀਜ਼ ਤੋਂ ਬਚਣਾ ਹੈ। ਔਰ ਪੇਸ਼ੈਂਟ ਉਹ ਪੂਰੀਆਂ ਸ਼ਰਤਾਂ ਨੂੰ ਫੋਲੋ ਜਦੋਂ ਕਰਦਾ ਹੈ ਤਾਂ ਅਸੀਂ ਕਹਿਣਾ ਕਿ ਸਾਡੇ ਕੋਲੇ ਕ੍ਰੋਨਿਕ ਡਿਜ਼ੀਜ਼ ਦੇ ਵਿੱਚ ਵੀ ਐਟਲੀਸਟ 6 ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦੇ ਨੇ। ਮੈਂ ਤੁਹਾਨੂੰ ਇੱਕ ਮੇਰੇ ਕੋਲੇ ਰਿਪੋਰਟਸ ਨੇ ਇੱਥੇ, ਮੈਂ ਵਿਦ ਡਾਟਾਜ਼ ਗੱਲ ਕਰਦਾ, ਵਿਦਾਊਟ ਡਾਟਾਜ਼ ਮੈਂ ਕਦੇ ਵੀ ਗੱਲ ਨਹੀਂ ਕਰਦਾ। ਮੇਰੇ ਕੋਲ ਇੱਕ ਪੇਸ਼ੈਂਟ ਸੀ ਲਾਈਕ ਉਹ 26 ਈਅਰ ਓਲਡ ਪੇਸ਼ੈਂਟ, ਉਹਨੂੰ ਜਿੱਦਾਂ ਅੱਜ ਕੱਲ੍ਹ ਇੱਕ ਟਰੈਂਡ ਚੱਲਿਆ ਹੋਇਆ ਕਿ ਜੀ ਇਹ ਇਮਿਊਨਿਟੀ ਬੂਸਟਰ ਹੈ ਜੀ, ਤੁਸੀਂ ਇਹ ਲੈ ਲਓ। ਅੱਜ ਕੱਲ੍ਹ ਲੋਕ YouTube ਦੇ ਉੱਪਰ ਬਹੁਤ ਜ਼ਿਆਦਾ ਦੇਖਦੇ ਨੇ ਕਿ ਇਸ ਚੀਜ਼ ਨਾਲ ਇਮਿਊਨਿਟੀ ਵੱਧ ਜਾਂਦੀ ਹੈ, ਇਸ ਚੀਜ਼ ਨਾਲ ਜੀ ਸਾਡਾ ਉਹ ਲੋਕਾਂ ਨੂੰ ਪਤਾ ਨਹੀਂ ਹੈ ਕਿ ਅਸੀਂ ਜ਼ਿਆਦਾ ਹਾਈਪਰ ਇਮਿਊਨਿਟੀ, ਜਦੋਂ ਸਾਡੀ ਇਮਿਊਨਿਟੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਟ ਮੇ ਲੈਡਸ ਟੂ ਦਾ ਆਟੋਇਮਿਊਨ ਡਿਸਆਰਡਰ। ਸਾਨੂੰ ਆਟੋਇਮਿਊਨ ਡਿਸਆਰਡਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੀ ਵੱਧ ਜਾਂਦੇ ਆ ਜਦੋਂ ਸਾਡੀ ਇਮਿਊਨਿਟੀ ਅਸੀਂ ਜ਼ਿਆਦਾ ਸਟਰੋਂਗ ਕਰ ਲੈਂਦੇ ਹਾਂ। ਠੀਕ ਹੈ ਜੀ। ਤਾਂ ਮੇਰੇ ਕੋਲ ਇੱਦਾਂ ਦੀ ਇੱਕ ਪੇਸ਼ੈਂਟ ਜਿਹੜੀ ਸੈਲਫ ਮੈਡੀਕੇਸ਼ਨ ਕਰ ਰਹੀ ਸੀ, ਆਪਣੇ YouTube ਤੋਂ ਦੇਖ ਕੇ, ਬਲੌਗਸ ਤੋਂ ਦੇਖ ਕੇ ਪ੍ਰੋਡਕਟਸ ਲੈ ਰਹੀ ਸੀ, ਉਹਨੂੰ ਉਸ ਚੀਜ਼ ਨਾਲ ਉਹਦਾ RA ਫੈਕਟਰ ਕੁਆਂਟੀਟੇਟਿਵ ਅਤੇ CRP ਕੁਆਂਟੀਟੇਟਿਵ ਉਹਦਾ ਪੋਜ਼ੀਟਿਵ ਹੋ ਗਿਆ 337 ਨਾਲ ਮਾਮੂਨ ਜੀ।
337.7 ਗਠੀਆ ਰਿਪੋਰਟ ਦੇ ਨਾਲ। ਉਹ ਮੇਰੇ ਕੋਲੇ ਪੇਸ਼ੈਂਟ ਜਿਹੜੀ ਸੀਗੀ ਉਹ ਆਈ ਸੀਗੀ ਕਿੰਨੀ ਤਾਰੀਖ ਨੂੰ, 24 ਜਨਵਰੀ 2022 ਨੂੰ ਸਰ। ਠੀਕ ਹੈ, ਮੇਰੇ ਕੋਲੇ ਰਿਪੋਰਟ ਹੈ ਪੇਸ਼ੈਂਟ ਦੀ, ਮੈਂ ਵਿਦ ਫੈਕਟਸ ਗੱਲ ਕਰੂੰਗਾ, ਜਿਹੜੀ ਵੀ ਗੱਲ ਕਰੂੰਗਾ। ਅਤੇ ਉਹਦੀ ਅਗਲੀ ਜਿਹੜੀ ਨੈਕਸਟ ਰਿਪੋਰਟ ਹੋਈ ਸੀ ਮੇਰੇ ਕੋਲੇ, ਉਹ ਹੋਈ ਸੀਗੀ 8 ਮਾਰਚ 2022 ਨੂੰ। ਠੀਕ ਹੈ ਜੀ, ਜਿਹਦੇ ਵਿੱਚ ਉਹਦਾ ਗਠੀਆ ਆ ਰਿਹਾ ਸੀਗਾ ਸਿਰਫ 24 ਹੈ, ਲੇਕਿਨ ਉਹਦਾ CRP 8 ਸੀਗਾ, ਸਟਿਲ ਪੋਜ਼ਿਟਿਵ ਸੀਗਾ CRP ਉਹਦਾ। ਜਦੋਂ ਮੈਂ ਉਹਦੀ ਨੈਕਸਟ ਰਿਪੋਰਟ ਲਈ ਹੈ ਉਹੀ ਪੇਸ਼ੈਂਟ ਦੀ ਆਪਣੇ ਦੀ, ਤਾਂ ਉਹਦਾ ਜਿਹੜਾ CRP ਤੁਸੀਂ ਇੱਥੇ ਦੇਖੋ ਇਹ ਰਿਪੋਰਟ ਦੇ ਵਿੱਚ ਐਟਲੀਸਟ 3 ਮਹੀਨੇ ਬਾਅਦ ਮਾਮੂਨ ਜੀ ਮੈंने ਉਹਦੀ ਦੁਬਾਰਾ ਰਿਪੋਰਟ ਜਿਹੜੀ ਗਠੀਏ ਦੀ ਕੀਤੀ ਹੈ। ਗਠੀਆ ਤਾਂ ਉਹਦਾ ਨੈਗੇਟਿਵ ਹੈ ਹੀ ਹੈ, ਨਾਲ ਉਹਦਾ CRP ਜਿਹੜਾ ਕੁਆਂਟੀਟੇਟਿਵ ਹੈ ਉਹ ਵੀ 2.1 ਹੈ ਇਸ ਵਕਤ, ਜਿਹੜਾ ਕਿ 6 ਤੋਂ ਨੀਚੇ ਹੋਣਾ ਚਾਹੀਦਾ ਹੈ। ਅਸੀਂ ਵਿਦ ਫੈਕਟਸ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਜੋ ਵੀ ਹੈ। ਮਲੇਰਕੋਟਲਾ ਦੇ ਇੱਕ ਰਿਨਾਊਂਡ ਡਾਕਟਰ ਨੇ, ਮੈਂ ਨਾਮ ਨਹੀਂ ਲਵਾਂਗਾ, ਉਹਨਾਂ ਦੇ ਅਸਿਸਟੈਂਟ PCOD ਤੋਂ ਪੀੜਿਤ ਸੀ ਕੋਈ, ਅਤੇ ਮੇਰੇ ਕੋਲ ਉਹ ਆਏ, ਉਹ ਮੇਰੇ ਕੋਲੋਂ ਹਿਰਸੋਟਿਜ਼ਮ ਦਾ ਟਰੀਟਮੈਂਟ ਲੈ ਰਹੇ ਸੀ। ਉਹਨਾਂ ਦੇ ਹੇਅਰ ਗਰੋਥ ਸੀ ਡਿਊ ਟੂ ਹਾਰਮੋਨਲ ਇੰਬੈਲੈਂਸ, ਉਹਦਾ ਟਰੀਟਮੈਂਟ ਮੇਰੇ ਤੋਂ ਲੈ ਰਹੇ ਸੀ। ਉਹ ਮੈਨੇ ਜਦੋਂ ਉਹਨਾਂ ਦੀ ਸਕੈਨ ਵਗੈਰਾ ਸੀ ਪਰਫਾਰਮ ਕਰਾਈ ਤਾਂ ਉਹਦੇ ਵਿੱਚ PCOD ਉਹਨਾਂ ਨੂੰ ਕ੍ਰਿਟੀਕਲੀ ਬਹੁਤ ਜ਼ਿਆਦਾ ਨਿਕਲ ਕੇ ਸਾਹਮਣੇ ਆਇਆ। ਤੁਸੀਂ ਮੰਨੋਗੇ ਮਾਮੂਨ ਜੀ, ਇਹ ਰਿਪੋਰਟ ਹੈ ਉਹਨਾਂ ਦੀ ਮੇਰੇ ਕੋਲੇ, ਇਹ ਉਹਦੀ ਪਹਿਲੀ ਰਿਪੋਰਟ ਹੈ ਜਿਹਦੇ ਵਿੱਚ ਇੰਪ੍ਰੈਸ਼ਨ ਹੈਗਾ PCOD। ਮੈਂ ਨਾਮ ਹਾਈਡ ਕਰ ਰਿਹਾ ਪੇਸ਼ੈਂਟ ਦਾ ਕਿਉਂਕਿ ਪ੍ਰਾਈਵੇਸੀ ਸਾਡੀ ਮਸਟ ਹੈ, ਅਸੀਂ ਪੇਸ਼ੈਂਟ ਦੀ ਰੱਖਾਂਗੇ, ਡਾਕਟਰ ਦਾ ਨਾਮ ਵੀ ਮੈਂ ਹਾਈਡ ਕਰ ਰਿਹਾ ਇੱਥੇ। PCOD ਜਿਹੜਾ ਹੈ ਇਸ ਰਿਪੋਰਟ ਦੇ ਵਿੱਚ ਜਿਹੜਾ ਫਾਈਂਡਿੰਗਸ ਨੇ ਡਾਕਟਰ ਵੱਲੋਂ ਦਿੱਤੀਆਂ ਗਈਆਂ, ਠੀਕ ਹੈ ਜੀ, ਜਿਹੜੇ ਰੇਡੀਓਲੋਜਿਸਟ ਉਹਨਾਂ ਵੱਲੋਂ। ਔਰ ਉਸ ਤੋਂ ਬਾਅਦ ਉਹੀ ਪੇਸ਼ੈਂਟ ਦੀ ਨੈਕਸਟ ਸਕੈਨ ਦੇ ਵਿੱਚ ਜਿਹੜਾ ਓਵਰੀਜ਼ ਦੇ ਉੱਪਰ ਅਗਰ ਤੁਸੀਂ ਕਰੋਗੇ ਤਾਂ ਨੋ ਡੋਮੀਨੈਂਟ ਫੋਲੀਕਲ ਜਿਹੜੇ ਹੈਗੇ ਨੇ, ਬਿਲਕੁਲ ਨੋਰਮਲ ਸਕੈਨਿੰਗ ਰਿਪੋਰਟ ਜਿਹੜੀ ਹੈਗੀ ਉਹੀ ਪੇਸ਼ੈਂਟ ਦੀ ਸੀ ਆਫਟਰ 6 ਮੰਥਸ। ਔਰ ਤੁਸੀਂ ਇਹਦੇ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਮਾਮੂਨ ਜੀ ਸਾਡਾ ਜਿਹੜਾ ਪੇਸ਼ੈਂਟ ਹੈ ਅਸੀਂ ਉਹਨੂੰ ਇੱਕ ਵੀ ਐਲੋਪੈਥੀ ਮੈਡੀਸਨ, ਇੱਕ ਵੀ ਆਯੁਰਵੈਦਿਕ ਮੈਡੀਸਨ, ਕੋਈ ਵੀ ਹੋਮਿਓਪੈਥਿਕ ਮੈਡੀਸਨ ਨਹੀਂ ਦਿੰਦੇ। ਔਰ ਪੇਸ਼ੈਂਟ ਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਉਹ ਮੈਡੀਸਨ ਲੈ ਰਿਹਾ ਹੈ। ਅਲੱਗ-ਅਲੱਗ ਤਰ੍ਹਾਂ ਦੀ ਸਾਡੀ ਜਿਹੜੀ ਹੈਗੀ ਹੈ ਮੈਡੀਸਨ, ਉਹ ਸਿਰਫ ਡ੍ਰੌਪਸ ਬੇਸਡ ਮੈਡੀਸਨ ਹੈ, ਰॉ ਡ੍ਰੌਪਸ ਨੇ ਸਾਡੇ ਕੋਲੇ। ਅਸੀਂ ਉਹ ਪੇਸ਼ੈਂਟ ਨੂੰ ਅਕੋਰਡਿੰਗ ਟੂ ਡਿਜ਼ੀਜ਼, ਪੋਜ਼ੀਟਿਵ ਡਿਜ਼ੀਜ਼ ਹੈ, ਨੈਗੇਟਿਵ ਡਿਜ਼ੀਜ਼ ਹੈ, ਹਾਈਪਰ ਫੰਕਸ਼ਨਿੰਗ ਹੈ ਬੋਡੀ ਦੀ, ਹਾਈਪੋ ਫੰਕਸ਼ਨਿੰਗ ਹੈ। ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇੰਟਰੋਡਕਟਰੀ ਪਾਰਟ ਦੇ ਵਿੱਚ ਕਿ ਅਸੀਂ ਜਦੋਂ ਟੈਂਪਰਾਮੈਂਟ ਦੇਖਦੇ ਹਾਂ ਤਾਂ ਉਹਦੇ ਵਿੱਚ ਸਾਨੂੰ 3 ਤਰ੍ਹਾਂ ਦੇ ਅਸੀਂ ਟੈਂਪਰਾਮੈਂਟ ਪੇਸ਼ੈਂਟ ਦੇ ਦਿੰਦੇ ਹਾਂ ਕਿ ਲਿੰਫੈਟਿਕ ਮਤਲਬ ਕਿ ਰਸ ਦਾ ਪੇਸ਼ੈਂਟ ਹੈ ਇਹ, ਸੈਂਗੁਆਈਨ ਟੈਂਪਰਾਮੈਂਟ ਦਾ ਪੇਸ਼ੈਂਟ ਮਤਲਬ ਕਿ ਇਹ ਬਲੱਡ ਦੇ ਰਿਲੇਟਡ ਪੇਸ਼ੈਂਟ ਹੈਗਾ, ਮਿਕਸ ਟੈਂਪਰਾਮੈਂਟ ਦਾ ਪੇਸ਼ੈਂਟ ਜਿਹਦੇ ਵਿੱਚ ਦੋਨੋਂ ਤਰ੍ਹਾਂ ਦੇ ਸਿੰਪਟਮ ਹੋਣਗੇ। ਅਸੀਂ ਪੇਸ਼ੈਂਟ ਦਾ ਖਾਣ ਪੀਣ ਦੀਆਂ ਆਦਤਾਂ ਪੁੱਛਦੇ ਹਾਂ ਪੇਸ਼ੈਂਟ ਨੂੰ ਕਿ ਤੁਸੀਂ ਕੀ ਖਾਂਦੇ ਹੋ, ਉਹਦੀ ਨਬਜ਼ ਦੇਖਦੇ ਹਾਂ ਕਿ ਇਹਦੀ ਨਬਜ਼ ਦਾ ਕਿਹੜਾ ਪਾਰਟ ਬੋਲ ਰਿਹਾ, ਉਹਦੇ ਵਿੱਚ ਵੀ ਔਰਗਨਸ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ ਕਿਹੜੇ ਔਰਗਨ। ਪੇਸ਼ੈਂਟ ਕਈ ਵਾਰੀ ਸਾਨੂੰ ਸਿੰਪਟਮ ਦੱਸ ਵੀ ਨਹੀਂ ਪਾਉਂਦਾ ਕਿ ਜੀ ਮੈਨੂੰ ਇਹ ਪ੍ਰੋਬਲਮ ਹੈ, ਅਸੀਂ ਉਹਦੀ ਨਬਜ਼ ਦੇਖ ਕੇ ਅਲਹਮਦੁਲਿਲਾ ਪੇਸ਼ੈਂਟ ਦੇ ਦੱਸਣ ਤੋਂ ਪਹਿਲਾਂ ਇਹ ਸਮਝ ਜਾਂਦੇ ਹਾਂ ਕਿ ਇਹਨੂੰ ਇਹ ਬਿਮਾਰੀ ਹੋ ਰਹੀ ਹੈ। ਅਸੀਂ ਪੇਸ਼ੈਂਟ ਦੀਆਂ ਜੁੱਤੀਆਂ ਪੁੱਠੀਆਂ ਸਿੱਧੀਆਂ ਕਰਾ ਕੇ ਦੇਖ ਕੇ ਕਿ ਉਹਦੀ ਅੱਡੀ ਘਸ ਰਹੀ ਹੈ ਜਾਂ ਉਹਦਾ ਪੰਜਾ ਘਸ ਰਿਹਾ ਪੇਸ਼ੈਂਟ ਦੇ ਚੱਲਣ ਦੇ ਸਟਾਈਲ ਤੋਂ ਅਸੀਂ ਦੇਖ ਕੇ ਅਸੀਂ ਪੇਸ਼ੈਂਟ ਦੀ ਡਿਜ਼ੀਜ਼ ਨੂੰ ਜੱਜ ਕਰਦੇ ਹਾਂ ਔਰ ਉਸ ਤਰ੍ਹਾਂ ਉਹਨੂੰ ਟਰੀਟ ਕਰਦੇ ਹਾਂ। ਦੂਸਰੀਆਂ ਪੈਥੀਆਂ ਨਾਲੋਂ ਬਹੁਤ ਡਿਫਰੈਂਟ ਹੈ। ਦੇਖੋ ਸਾਡੇ ਮਾਮੂਨ ਜੀ ਇਹ ਹੈ ਕਿ ਸਾਡੇ ਕੋਲ ਪੋਕਟ ਡਰੱਗਸ ਆਉਂਦੀਆਂ ਨੇ, ਲਾਈਕ ਤੁਹਾਨੂੰ ਆਪਣੇ ਹਾਰਟ ਨੂੰ ਫਿੱਟ ਰੱਖਣਾ ਤਾਂ ਅਸੀਂ ਪੇਸ਼ੈਂਟ ਨੂੰ ਆਪਣੇ ਨੂੰ ਸਿੰਪਲੀ ਅਸੀਂ ਪੋਕਟ ਡਰੱਗਸ ਦਿੰਦੇ ਹਾਂ ਕਿ ਇਹ ਤੁਸੀਂ ਡਰੱਗ ਜਿਹੜੀ ਹੈਗੀ ਹੈ ਇਹਨੂੰ ਤੁਸੀਂ ਆਪਣੀ ਸਿਰਫ ਲਿਕੁਇਡ ਨੇ ਤੁਹਾਡੇ, ਇਹ ਡ੍ਰੌਪ ਤੁਸੀਂ ਲੈਣੇ ਤੁਹਾਡੇ ਹਾਰਟ ਨੂੰ ਹੈਲਦੀ ਰੱਖੂਗਾ। ਤਾਂ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਲੋਕ ਕਹਿੰਦੇ ਨੇ ਕਿ ਜੀ ਸਾਨੂੰ ਇਮਿਊਨਿਟੀ ਬੂਸਟਰ ਲੈਣਾ ਪੈਂਦਾ ਹੈ, ਤੁਸੀਂ ਸੁਣਦੇ ਹੋ ਇੱਕ ਗੱਲ ਤੁਸੀਂ ਅਕਸਰ ਸੁਣਦੇ ਹੋਵੋਗੇ ਕਿ ਕਿਹਾ ਜਾਂਦਾ ਕਿ ਜੀ 24 ਘੰਟਿਆਂ 'ਚ ਸੈੱਲ ਵਧ ਗਏ। ਪੇਸ਼ੈਂਟ ਨੂੰ ਜੀ ਐਡਮਿਟ ਵੀ ਨਹੀਂ ਕੀਤਾ, ਸਿਰਫ ਮੂੰਹ ਦੇ ਉੱਤੇ ਤੁਪਕੇ ਪਾਏ ਸੀਗੇ ਜੀ, ਤੁਪਕੇ ਪਾਉਂਦਾ ਜੀ ਉਹ ਡਾਕਟਰ। ਅਤੇ ਉਹਦੇ ਨਾਲ ਜਿੰਨੇ ਇਲੈਕਟ੍ਰੋ ਹੋਮਿਓਪੈਥ ਨੇ, ਜਿਹੜੇ ਓਰੀਜਨਲ ਇਲੈਕਟ੍ਰੋ ਹੋਮਿਓਪੈਥ ਨੇ ਸਰ, ਜਿਹੜੇ ਇਲੈਕਟ੍ਰੋਪੈਥੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਉਹ ਸਾਰੇ ਇਲੈਕਟ੍ਰੋਪੈਥ ਜਿਹੜੇ ਹੈਗੇ ਡ੍ਰੌਪਸ ਨਾਲ ਟਰੀਟਮੈਂਟ ਕਰਦੇ ਨੇ। ਔਰ ਡੇਂਗੂ ਦੇ ਵਿੱਚ ਜਿਹੜਾ ਥ੍ਰੰਬੋਸਾਈਟੋਪੀਨੀਆ ਹੈ ਜਿਹਦੇ ਵਿੱਚ ਸੈੱਲ ਕਾਊਂਟ ਘਟ ਜਾਂਦਾ ਪੇਸ਼ੈਂਟ ਦਾ, ਪਲੇਟਲੈਟ ਸੈੱਲ ਡਾਊਨ ਹੋ ਜਾਂਦੇ ਆ, ਅਸੀਂ ਵਿਦਿਨ 4 ਡੇਜ਼ ਜਿਹੜਾ ਹੈਗਾ ਪੇਸ਼ੈਂਟ ਨੂੰ ਅਸੀਂ ਇੰਪਰੂਵ ਕਰਦੇ ਹਾਂ ਵਿਦਆਊਟ ਐਡਮਿਟਿੰਗ ਦਾ ਪੇਸ਼ੈਂਟ ਸਰ। ਕੋਈ ਐਡਮਿਟ ਨਹੀਂ ਕਰਨਾ, ਕੋਈ ਉਹਨੂੰ ਇੰਜੈਕਟ ਨਹੀਂ ਕਰਨਾ ਕੁਛ। ਕਿ ਅੱਜ ਦੀ 4 ਸਾਲ ਦੀ ਮੇਰੀ ਪ੍ਰੈਕਟਿਸ ਹੋ ਗਈ ਹੈ ਮਾਮੂਨ ਜੀ, ਔਰ ਕਿਸੇ ਸਿੰਗਲ ਪੇਸ਼ੈਂਟ ਨੂੰ ਮੈंने ਇੰਜੈਕਸ਼ਨ ਨਹੀਂ ਲਗਾਇਆ ਅੱਜ ਤੱਕ। ਅਸੀਂ ਕਿਸੇ ਸਿੰਗਲ ਪੇਸ਼ੈਂਟ ਨੂੰ ਐਲੋਪੈਥੀ ਪਿਲ ਨਹੀਂ ਰეკਮੈਂਡ ਕਰਦੇ ਹੈਗੇ ਆਪਣੀ ਪ੍ਰੈਕਟਿਸ ਦੇ ਵਿੱਚ। ਸਾਡੀ ਰੂਟੀਨ ਪ੍ਰੈਕਟਿਸ ਦੇ ਵਿੱਚ ਅਸੀਂ ਡ੍ਰੌਪਸ ਦੇ ਨਾਲ ਔਰ ਪੇਸ਼ੈਂਟ ਦੀਆਂ ਹੈਬਿਟਸ ਨੂੰ ਚੇਂਜ ਕਰਕੇ, ਡੇਲੀ ਰੂਟੀਨ ਲਾਈਫ ਨੂੰ ਚੇਂਜ ਕਰਕੇ ਅਸੀਂ ਉਹਨੂੰ ਕਿਉਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਜੀ ਹੁਣ ਆਪਾਂ ਗੱਲ ਕਰਾਂਗੇ ਸ਼ਹਜਾਦ ਸਾਹਿਬ, ਕੰਕਲੂਡ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਪੁੱਛੂੰਗਾ ਕਿ ਕੋਈ ਸਾਈਡ ਇਫੈਕਟ ਇਹਦਾ ਤੁਹਾਡੀ ਮੈਡੀਸਨ ਦਾ ਕੋਈ ਕਿਸੇ ਕਿਸਮ ਦਾ ਸਾਈਡ ਇਫੈਕਟ ਅਗਰ ਹੋਵੇ? ਸਰ ਇਲੈਕਟ੍ਰੋ ਹੋਮਿਓਪੈਥੀ ਜਿਹੜੀ ਹੈਗੀ ਆ ਸਾਈਡ ਇਫੈਕਟ ਫ੍ਰੀ ਹੈ। ਮੈਂ ਇੱਕ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਸਪੈਸੀਫਿਕ ਕੰਸਨਟ੍ਰੇਸ਼ਨ ਹੈ ਜਿਹੜੀ ਅਸੀਂ ਦੇਣੀ ਹੈ। ਅਗਰ ਮੈਂ ਇਹਦਾ ਪੂਰੇ ਦਾ ਪੂਰਾ ਡ੍ਰੌਪ ਵੀ ਸਿੱਧਾ ਭੇਜੂੰਗਾ ਉੱਦਾਂ ਬੈਠ ਕੇ ਪੂਰੇ ਦਾ ਪੂਰਾ ਡ੍ਰੌਪ ਵੀ, ਤਾਂ ਮੈਨੂੰ ਉਹਦੇ ਨਾਲ ਕੋਈ ਉਹਦਾ ਦੁਸ਼ਪ੍ਰਭਾਵ ਨਹੀਂ ਆਊਗਾ। ਅਸੀਂ ਇਹਨੂੰ ਕਹਿੰਦੇ ਕਿ ਬਲਾਈਂਡ ਐਰੋ ਹੈ ਇਹ। ਕਈ ਵਾਰੀ ਸਾਨੂੰ ਡਿਜ਼ੀਜ਼ ਦਾ ਪਤਾ ਵੀ ਨਹੀਂ ਹੈ ਕਿ ਪੇਸ਼ੈਂਟ ਦੇ ਅੰਦਰ ਹੋਰ ਡਿਜ਼ੀਜ਼ ਕਿਹੜੀ ਚੱਲ ਰਹੀ ਹੈ, ਇਹ ਆਟੋਮੈਟਿਕਲੀ ਜਾ ਕੇ ਉਹ ਡਿਜ਼ੀਜ਼ ਨੂੰ ਵੀ ਟਾਰਗੇਟ ਕਰਕੇ ਕਿਉਰ ਕਰਨ ਦੀ ਕੈਪੇਬਿਲਿਟੀ ਰੱਖਦੀ ਹੈ। ਇੰਨੀ ਜ਼ਬਰਦਸਤ ਪੈਥੀ ਹੈ ਇਹ। ਔਰ ਜਿੰਨੇ ਵਿਊਅਰਸ ਮੈਨੂੰ ਤੁਹਾਡੇ ਥਰੂ ਸੁਣ ਰਹੇ ਨੇ, ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਕ੍ਰੋਨਿਕ ਪੇਸ਼ੈਂਟ ਲਾਈਕ ਐਗਜ਼ੀਮਾ,
ਸਕਿਨ ਦੇ ਵਿੱਚ ਜਿਹੜਾ ਡਿਸਆਰਡਰ ਹੈ, अर्टिकेरिया छपाकी ਜਿਹੜੇ ਬੰਦੇ ਬੈਠੇ ਬੈਠੇ ਸੁੱਜ ਜਾਂਦੇ ਜਿਹੜੇ ਪੇਸ਼ੈਂਟ, ਠੀਕ ਹੈ। ਸੈਕੰਡਲੀ ਲਾਈਕ ਲਿਊਪਸ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਸਾਡੇ ਕੋਲੇ, ਸੋਰੈਟਿਕ ਆਰਥਰਾਈਟਿਸ ਦੇ ਪੇਸ਼ੈਂਟ ਹੈਗੇ ਨੇ, ਆਸਟੀਓ ਆਰਥਰਾਈਟਿਸ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਗਠੀਆ ਹੋ ਗਿਆ ਔਰ ਉਹਨਾਂ ਦੇ ਅੰਗ ਪੈਰ ਮੁੜਨੇ ਸ਼ੁਰੂ ਹੋ ਗਏ ਨੇ, ਜਾਂ ਫਿਰ ਜਿਨ੍ਹਾਂ ਨੂੰ ਹਜੇ ਦੇਖੋ ਸ਼ੂਗਰ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਸਰ, ਮੇਰੇ ਕੋਲ ਇੱਕ ਪੇਸ਼ੈਂਟ 13.5 HbA1c ਨਾਲ ਆਇਆ, 350 ਉਹਦੀ ਸੀਗੀ ਜਿਹੜੀ ਬਲੱਡ ਗਲੂਕੋਜ਼ ਲੈਵਲ ਸੀਗਾ ਰੈਂਡਮਸ, ਠੀਕ ਹੈ। ਔਰ ਲੋਕਲ ਪੇਸ਼ੈਂਟ ਹੈ ਮਲੇਰਕੋਟਲਾ ਦਾ, ਜਿਹੜੇ ਸਾਡੇ ਇਸ ਕਲੀਨਿਕ ਦੇ ਵਿੱਚ ਇਲੈਕਟ੍ਰੋ ਹੋਮਿਓਪੈਥੀ ਦੇ ਨਾਲ ਕਿਉਰ ਹੋ ਚੁੱਕੇ ਨੇ। ਮੈਂ ਤੁਹਾਨੂੰ ਉਸੇ 10 ਪੇਸ਼ੈਂਟ ਇੰਟਰੋਡਿਊਸ ਕਰਾਊਂਗਾ ਔਰ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣੋਗੇ। ਮੈਂ ਤੁਹਾਨੂੰ ਸਕਿਨ ਡਿਸਆਰਡਰ ਦੇ, ਸੋਰੈਟਿਕ ਆਰਥਰਾਈਟਿਸ ਦੇ ਪੇਸ਼ੈਂਟ, ਐਗਜ਼ੀਮਾ ਦੇ ਪੇਸ਼ੈਂਟ, ਸੋਰਾਸਿਸ ਦੇ ਪੇਸ਼ੈਂਟ ਮੈਂ ਤੁਹਾਨੂੰ ਇੰਟਰੋਡਿਊਸ ਕਰਾਊਂਗਾ। ਅਗਰ ਮੈਂ ਹੁਣ ਆਪਣੇ ਫੇਸ ਤੋਂ ਤੁਹਾਨੂੰ ਕਹਿ ਰਿਹਾ ਕਿ ਜੀ ਮੈਂ ਇਸ ਚੀਜ਼ ਦੇ ਵਿੱਚ ਅਸੀਂ ਕਿਉਰ ਦੇ ਰਹੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਰ ਕਰਨ ਦੀ, ਤਾਂ ਤੁਹਾਨੂੰ ਸ਼ਾਇਦ ਇਸ ਵਕਤ ਬਿਲੀਵ ਕਰਨਾ ਨਾ ਪੋਸੀਬਲ ਹੋਵੇ, ਲੇਕਿਨ ਜਦੋਂ ਪੇਸ਼ੈਂਟ ਬੈਠੇ ਹੋਣਗੇ ਸਾਹਮਣੇ ਤੁਸੀਂ ਉਹਨਾਂ ਦੇ ਮੂੰਹ ਤੋਂ ਸੁਣੋਗੇ। ਮੈਂ ਤੁਹਾਨੂੰ ਕਿਹਾ ਕਿ ਉਹ ਗਲੂਕੋਜ਼ ਵਾਲਾ ਪੇਸ਼ੈਂਟ ਅਸੀਂ 3 ਮਹੀਨਿਆਂ ਸਰ ਉਹਦਾ HbA1c 5.6 ਤੇ ਲੈ ਕੇ ਆਏ ਹਾਂ, ਔਰ ਉਹਦੀ ਅੱਜ ਬਲੱਡ ਸ਼ੂਗਰ ਚੈੱਕ ਕਰਾ ਲਓ ਜਾ ਕੇ, ਉਹਦੀ ਬਿਲਕੁਲ ਉਹਦੀ ਮੈਡੀਸਨ ਬੰਦ ਹੈ ਉਸ ਪੇਸ਼ੈਂਟ ਦੀ। ਯੰਗ ਪੇਸ਼ੈਂਟ ਦੀ ਉਹਨੇ ਕੋਈ ਮੈਟਫੋਰਮਿਨ ਨਹੀਂ ਉਹਦਾ ਹਜੇ ਸ਼ੁਰੂ ਹੋਇਆ ਸੀ, ਕੋਈ ਹੋਰ ਐਲੋਪੈਥੀ ਡਰਗ ਸ਼ੁਰੂ ਨਹੀਂ ਹੋਈ ਸੀ, ਚਾਹ ਚੁੱਕਿਆ ਸੀ, ਲੇਕਿਨ ਉਹ ਗੱਲਾਂ ਕਰ ਚੁੱਕਿਆ ਸੀ ਡਾਕਟਰਸ ਨਾਲ ਜਾ ਕੇ। ਉਹ ਕਹਿੰਦੇ ਤੇਰੀ ਦਵਾਈ ਸ਼ੁਰੂ ਕਰਨੀ ਪਊਗੀ, ਤੇਰਾ ਇਹ ਗੋਲੀ ਦੇ ਉੱਤੇ ਤੂੰ ਰਹੇਂਗਾ, ਤੇਰੀ ਸ਼ੂਗਰ ਮੇਨਟੇਨ ਰਿਹਾ ਕਰੂਗੀ। 35 ਸਾਲ ਦੀ ਉਮਰ ਦਾ ਪੇਸ਼ੈਂਟ ਸੀ। ਇੱਕ ਵਾਰ ਮਤਲਬ ਮੈਡੀਸਿਨ ਲੈਣ ਤੋਂ ਬਾਅਦ ਪਰਮਾਨੈਂਟ ਕੀ ਹੋ ਸਰ 3 ਮਹੀਨੇ ਉਹਨੇ ਪਰਹੇਜ਼ ਬਹੁਤ ਕੀਤਾ ਜੀ, ਬਹੁਤ ਜ਼ਿਆਦਾ ਪਰਹੇਜ਼। ਪੇਸ਼ੈਂਟ ਦੇ ਆਪਣੇ ਐਫਰਟਸ ਬਹੁਤ ਜ਼ਿਆਦਾ ਨੇ ਮਾਮੂਨ ਸਾਹਿਬ, ਠੀਕ ਹੈ। ਅਸੀਂ ਪੇਸ਼ੈਂਟ ਨੂੰ ਪ੍ਰੋਪਰ ਡਾਈਟ ਚਾਰਟ ਦਿੰਦੇ ਹਾਂ, ਡਿਪ ਡਾਈਟ ਚਾਰਟ ਅਸੀਂ ਪੇਸ਼ੈਂਟ ਨੂੰ ਸਮਝਾਉਂਦੇ ਹਾਂ ਕਿ ਸਵੇਰੇ ਮਾਰਨਿੰਗ ਤੋਂ ਲੈ ਕੇ ਰਾਤ ਦੇ ਸੌਣ ਵੇਲੇ ਤੱਕ ਤੁਹਾਨੇ ਕਿੰਨਾ ਸਲਾਦ ਖਾਣਾ ਹੈ, ਕਿੰਨਾ ਫਰੂਟ ਖਾਣਾ ਹੈ, ਕਿੰਨਾ ਪਾਣੀ ਪੀਣਾ ਤੁਹਾਨੇ, ਤੁਹਾਡੇ ਬਾਡੀ ਵੇਟ ਦੇ ਅਕੋਰਡਿੰਗ ਅਸੀਂ ਉਹਨੂੰ ਪ੍ਰੋਪਰ ਉਹਦਾ ਚਾਰਟ ਬਣਾ ਕੇ ਅਸੀਂ ਦਿੰਦੇ ਹਾਂ। ਉਹ ਪੇਸ਼ੈਂਟ ਲੋਕਲ ਪੇਸ਼ੈਂਟ ਹੈ, 3 ਮਹੀਨਿਆਂ ਵਿੱਚ ਸਰ ਅੱਜ ਉਹਦੀ ਤੁਸੀਂ ਫਾਸਟਿੰਗ ਬਲੱਡ ਸ਼ੂਗਰ ਅਗਰ ਕਰਾਓਗੇ ਤਾਂ 100 ਆਏਗੀ, ਔਰ ਤੁਸੀਂ ਅਗਰ ਉਹਦੀ ਅੱਜ ਰੈਂਡਮ ਬਲੱਡ ਸ਼ੂਗਰ ਕਰਾਓਗੇ ਤਾਂ 120 ਆਏਗੀ ਸਰ। ਤਾਂ ਮੈਂ ਸਾਡਾ ਇਹੀ ਹੈ, ਅਲੱਗ ਸਾਰੀਆਂ ਇਹਦੇ ਵਿੱਚ ਨੰਬਰ ਆਫ ਡਿਜ਼ੀਜ਼ ਦਾ ਜਿਹੜਾ ਕਿਉਰ ਹੈ, ਅਲੱਗ-ਅਲੱਗ ਇਲੈਕਟ੍ਰੋ ਹੋਮਿਓਪੈਥ ਅਲੱਗ-ਅਲੱਗ ਡਿਜ਼ੀਜ਼ ਦੇ ਉੱਪਰ ਕੰਮ ਕਰਦੇ ਨੇ। ਜਿਵੇਂ ਕਿ ਪੰਜਾਬ ਦੇ ਵਿੱਚ ਲਗਭਗ 500 ਇਲੈਕਟ੍ਰੋ ਹੋਮਿਓਪੈਥ ਜਿਹੜੇ ਹੈਗੇ ਨੇ ਇਸ ਵਕਤ ਆਪਣੀਆਂ ਕੰਮ ਔਰ ਜ਼ਿਆਦਾ ਹੋ ਸਕਦੇ ਨੇ ਇਸ ਤੋਂ, ਲੇਕਿਨ 10-20 ਦਾ ਫਰਕ ਹੋ ਸਕਦਾ ਮੇਰੀ ਗਿਣਤੀ ਤੋਂ। 500 ਦੇ ਕਰੀਬ ਇਲੈਕਟ੍ਰੋ ਹੋਮਿਓਪੈਥ ਜਿਹੜੇ ਹੈਗੇ ਨੇ ਓਰੀਜਨਲ ਹਰਬਲ ਮੈਡੀਸਨ ਦੇ ਨਾਲ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਮਰੀਜ਼ਾਂ ਨੂੰ ਕਿਉਰ ਕਰ ਰਹੇ ਨੇ ਇਸ ਵਕਤ, ਉਹਨਾਂ ਦੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਨਿਜਾਤ ਦਿਵਾ ਰਹੇ ਨੇ, ਠੀਕ ਹੈ ਜੀ। ਔਰ ਉਸੇ ਤਰ੍ਹਾਂ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪਰੇਸ਼ਾਨ ਲੋਕ ਨੇ, ਜਿਹੜੇ ਗੱਠਾਂ ਬੰਨੀ ਫਿਰਦੇ ਨੇ, ਲਿਫਾਫੇ ਬੰਨੀ ਫਿਰਦੇ ਨੇ ਦਵਾਈਆਂ ਦੇ, ਠੀਕ ਹੈ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਦੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਛੁਟਕਾਰਾ ਦਵਾ ਕੇ ਕਿ ਹੈਲਦੀ ਲਾਈਫ ਜੀਣ ਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਕਰ ਸਕੀਏ ਮਾਮੂਨ ਜੀ। ਜੀ ਸ਼ੁਕਰੀਆ ਸ਼ਹਿਜਾਦ ਸਾਹਿਬ, ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਵਾਸਤੇ। ਇਸ ਤੋਂ ਪਹਿਲਾਂ ਕਿ ਮੈਂ ਕਲੋਜ਼ ਕਰਾਂ, ਇੱਕ ਆਪਣੀ ਲੋਕੇਸ਼ਨ, ਆਪਣਾ ਨੰਬਰ ਇਹ ਵੀ ਦੱਸ ਦਿਓ, ਲੋਕਾਂ ਨੂੰ ਪਤਾ ਚੱਲ ਜਾਵੇ ਕਿ ਬਹੁਤ ਦੂਰ ਤੱਕ ਵੀਡੀਓ ਜਾਂਦੀ ਹੈ, ਅਤੇ ਘੱਟੋ ਘੱਟ ਫਿਰ ਬਾਅਦ ਦੇ ਵਿੱਚ ਕਈ ਵਾਰ ਫੋਨ ਸਾਨੂੰ ਆਉਂਦੇ ਨੇ ਕਿ ਸਾਡਾ ਡਾਕਟਰ ਸਾਹਿਬ ਦਾ ਨੰਬਰ ਦਿਓ, ਤਾਂ ਤੁਸੀਂ ਖੁਦ ਹੀ ਦੱਸ ਦੇਵੋ। ਤੁਹਾਡਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦਾਂਗੇ, ਅਤੇ ਆਪਣਾ ਐਡਰੈਸ ਕਿੱਥੇ ਮਿਲ ਸਕਦੇ ਨੇ ਸਾਹਿਬ। ਮੇਰੇ ਸੈਂਟਰ ਦਾ ਨਾਮ ਹੈ ਸ਼ਹਿਜ਼ਾਦ ਪੀਸ ਬਿਊਟੀ ਐਂਡ ਸਕਿਨ ਕੇਅਰ ਸੈਂਟਰ। ਬੇਸਿਕਲੀ ਅਸੀਂ 4 ਡਿਜ਼ੀਜ਼ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਜਿਹੜਾ ਕਵਰ ਕਰਦੇ ਹਾਂ। ਮੈਂ 4 ਸੈਗਮੈਂਟਸ ਦੇ ਵਿੱਚ ਕੰਮ ਕਰਦਾ, ਸਪੈਸ਼ਲੀ ਕਰੋਨਿਕ ਸਕਿਨ ਡਿਜ਼ੀਜ਼ਸ, ਜਿਹਦੇ ਵਿੱਚ ਸੋਰਾਸਿਸ ਦੇ ਅਗਰ ਕੋਈ ਪੇਸ਼ੈਂਟ ਮੈਨੂੰ ਸੁਣ ਰਹੇ ਨੇ, ਸੋਰੈਟਿਕ ਆਰਥਰਾਈਟਿਸ ਦੇ ਪੇਸ਼ੈਂਟ ਸੁਣ ਰਹੇ ਨੇ, ਆਰਟੀਕੇਰੀਆ ਜਿਹਨੂੰ ਛਪਾਕੀ ਜਿਹੜੇ ਬੈਠੇ ਬੈਠੇ ਸੁੱਜ ਜਾਂਦੇ ਨੇ ਜਿਹੜੇ ਪੇਸ਼ੈਂਟ ਆਪਣੇ ਆਪ, ਉਹ ਸੁਣ ਰਹੇ ਨੇ, ਐਗਜ਼ੀਮਾ ਜਿਨ੍ਹਾਂ ਦੇ ਹੱਥ ਪੈਰ ਫਟਣ ਲੱਗ ਜਾਂਦੇ ਆ, ਐਗਜ਼ੀਮਾ ਉਹ ਡਿਸਕੋਇਡ ਐਗਜ਼ੀਮਾ ਹੋਵੇ ਜਾਂ ਫਿਰ ਡਰਾਈ ਐਗਜ਼ੀਮਾ ਹੋਵੇ, ਉਹ ਵੀ ਪੇਸ਼ੈਂਟ ਮੈਨੂੰ ਜਿਹੜੇ ਸੁਣ ਰਹੇ ਨੇ, ਉਸੇ ਪੇਸ਼ੈਂਟ। ਟਾਈਪ 2 ਡਾਇਬਟੀਜ਼ ਦੇ ਪੇਸ਼ੈਂਟ ਸਰ, ਔਰ ਸੈਕਿੰਡ ਆਰਥਰਾਈਟਿਸ ਦੇ ਪੇਸ਼ੈਂਟ, ਗਠੀਏ ਦੇ ਮਰੀਜ਼ ਜਿਹੜੇ ਹੈਗੇ ਨੇ ਉਹ, ਔਰ ਚੌਥਾ ਜਿਹੜਾ ਹੈ ਇਨਫਰਟੀਲਿਟੀ, ਮੇਲ ਐਂਡ ਫੀਮੇਲ ਦੋਨੋਂ ਹੀ। ਇੱਕ ਵਾਰੀ ਮੈਂ ਕਹਿਣਾ ਕਿ ਸਾਡੇ ਕਲੀਨਿਕ ਦੇ ਉੱਤੇ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰੋ। ਜਿਹੜਾ ਮੇਰਾ ਕਲੀਨਿਕ ਹੈ ਪੀਸ ਬਿਊਟੀ ਐਂਡ ਸਕਿਨ ਕੇਅਰ ਸੈਂਟਰ ਮਲੇਰਕੋਟਲਾ, ਗਰੇਵਾਲ ਚੌਂਕ ਤੋਂ ਨਾਭਾ ਰੋਡ ਜਦੋਂ ਆਪਾਂ ਜਾਂਦੇ ਹਾਂ ਤਾਂ ਮਲੇਰਕੋਟਲਾ ਸੈਨੇਟਰੀ ਸਟੋਰ ਆਉਂਦਾ ਹੈ ਹਜ਼ਰਤ ਹਲੀਮਾ ਹਸਪੀਟਲ ਤੋਂ ਅੱਗੇ, ਉਹਦੇ ਸਾਹਮਣੇ ਸਟਰੀਟ ਦੇ ਵਿੱਚ ਪਹਿਲਾਂ ਹੀ ਆਪਣਾ ਸੈਂਟਰ ਹੈ ਇਲੈਕਟ੍ਰੋ ਹੋਮਿਓਪੈਥਿਕ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਜਿਹੜਾ ਹੈ, ਜਿਹਦੇ ਵਿੱਚ ਟੋਟਲ ਹਰਬਲ ਮੈਡੀਸਨ ਅਸੀਂ ਦਿੰਦੇ ਹਾਂ। ਜੇ ਕਿਸੇ ਨੇ ਸਾਨੂੰ ਕੰਟੈਕਟ ਕਰਨਾ ਹੈ, ਸਾਡਾ ਕੰਟੈਕਟ ਨੰਬਰ ਹੈ 8872896036। ਇਸ ਕੰਟੈਕਟ ਨੰਬਰ ਦੇ ਉੱਪਰ ਆਪਣੀ ਅਪਾਇੰਟਮੈਂਟ ਸਾਡੇ ਨਾਲ ਫਿਕਸ ਕਰ ਸਕਦਾ ਹੈ। ਲੇਕਿਨ ਮੈਂ ਸਪੈਸੀਫਿਕਲੀ ਫਿਰ ਇੱਕ ਵਾਰ ਤੋਂ ਬੇਨਤੀ ਕਰੂੰਗਾ ਕਿ 4 ਡਿਜ਼ੀਜ਼ ਦੇ ਪੇਸ਼ੈਂਟ ਹੀ ਸਾਡੇ ਨਾਲ ਕੰਟੈਕਟ ਕਰਨ, ਕਿਉਂਕਿ ਅਸੀਂ ਸਿਰਫ 4 ਸੈਗਮੈਂਟਸ ਦੇ ਵਿੱਚ ਹੀ ਆਪਣੇ ਪੇਸ਼ੈਂਟ ਨੂੰ ਇਸ ਵਕਤ ਜਿਹੜਾ ਹੈ ਉਹ ਆਪਣੀਆਂ ਸੇਵਾਵਾਂ ਦੇ ਰਹੇ ਹਾਂ, ਜਿਹਦੇ ਵਿੱਚ ਚਮੜੀ ਦੇ ਪੁਰਾਣੇ ਰੋਗ, ਸ਼ੂਗਰ, ਗਠੀਆ ਅਤੇ ਬਾਂਝਪਨ। ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਸ਼ਹਿਜਾਦ ਸਾਹਿਬ। ਆਪਾਂ ਗੱਲ ਕਰ ਰਹੇ ਸੀ ਸ਼ਹਿਜਾਦ ਸਾਹਿਬ ਦੇ ਨਾਲ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਕੁਝ ਸਮਾਂ ਦਿੱਤਾ ਹੈ, ਔਰ ਬਿਲਕੁਲ ਨਵੀਂ ਪੈਥੀ ਹੈ, ਔਰ ਸਾਨੂੰ ਵੀ ਪਤਾ ਚੱਲਿਆ ਇਸੇ ਕਰਕੇ ਇਹਨਾਂ ਦੇ ਕੋਲ ਅਸੀਂ ਵਿਜ਼ਿਟ ਕੀਤਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੇਸ਼ੈਂਟਸ ਹੈ, ਜੋ ਇਹਨਾਂ ਦੇ ਠੀਕ ਹੋਏ ਪੇਸ਼ੈਂਟ ਹੈ, ਅਲੱਗ-ਅਲੱਗ ਸੈਗਮੈਂਟ ਦੇ ਵਿੱਚ ਅਲੱਗ-ਅਲੱਗ ਬਿਮਾਰੀਆਂ, ਕਰੋਨਿਕ ਬਿਮਾਰੀਆਂ, ਜਿਹੜੇ ਖਤਰਨਾਕ ਬਿਮਾਰੀਆਂ ਮੰਨੀ ਜਾਂਦੀਆਂ ਨੇ, ਉਹਨਾਂ ਨੂੰ ਠੀਕ ਕਰਦੇ ਇਹ
ਕਿਵੇਂ ਕਰਦੇ ਆ, ਕਿਵੇਂ ਠੀਕ ਹੋਏ, ਕਿੰਨੀ ਦੇਰ 'ਚ ਠੀਕ ਹੋਏ, ਆਪਾਂ ਇਹਨਾਂ ਦੇ ਪੇਸ਼ੈਂਟਸ ਦੇ ਨਾਲ ਵੀ ਗੱਲ ਕਰਾਂਗੇ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਜੋ ਨੌਲੇਜ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਟਿਲ ਦੈਨ ਵਿਦਾ ਲਊਂਗਾ। ਥੈਂਕ ਯੂ ਵੈਰੀ ਮੱਚ।